ਹਾਂਜੀ ਹੁਣ ਆ ਨੈਕਸਟ ਆ ਗਿਆ ਬੇਟੇ, ਆ ਤੁਹਾਡਾ ਜ਼ੀਰੋਜ਼ ਆਫ ਦਾ ਪੋਲੀਨੋਮੀਅਲ ਨਾਲ ਰਿਲੇਟਡ ਜਿਹੜੇ ਕੁਐਸਚਨਸ ਹੈਗੇ ਸੀ ਐਕਸਰਸਾਈਜ਼ 2.1 ਆਪਾਂ ਪਹਿਲਾਂ ਕਰ ਲਈ ਆ। ਹੁਣ 2.2 ਐਕਸਰਸਾਈਜ਼ ਦੇ ਸਮ ਦੋ ਹੀ ਐਕਸਰਸਾਈਜ਼ ਆ ਇਸ ਚੈਪਟਰ ਦੀਆਂ ਤੁਹਾਨੂੰ ਆਉਣੀਆਂ, ਦੋਨਾਂ ਚੋਂ ਇੱਕ ਇੱਕ ਸਵਾਲ ਆ ਜਾਣਾ, ਇੱਕ ਉਹਦੇ ਵਿੱਚੋਂ ਇੱਕ ਇਹਦੇ ਵਿੱਚੋਂ, ਤੇ ਗਿਣਤੀ ਦੇ ਸਮ ਇਹ ਬਹੁਤ ਈਜ਼ੀ ਹੈ। ਹੁਣ ਦੇਖੋ ਇਹ ਕਿਵੇਂ ਕਰਨਾ, ਇਹਦਾ ਸੋਲੂਸ਼ਨ ਦੇਖੋ। Find the zeros of the quadratic polynomial and verify relationship between zeros and coefficients। ਦੋ ਘਾਤੀ ਬਹੁਪਦ ਦੇ ਸਿਫਰ ਪਤਾ ਕਰੋ ਅਤੇ ਸਿਫਰਾਂ ਤੇ ਗੁਣਾਕਾਂ ਵਿਚਕਾਰ ਸੰਬੰਧ ਦੀ ਜਾਂਚ ਕਰੋ। ਦੇਖੋ ਪਹਿਲਾ ਪਾਰਟ ਕਿਵੇਂ ਕਰਨਾ, ਇੱਕ ਤੋਂ ਹੀ ਸਮਝ ਆ ਜਾਣਾ ਤੁਹਾਨੂੰ ਕਿਵੇਂ ਕਰਨੇ ਸਾਰੇ। ਐਕਸ ਸਕੇਅਰ ਮਾਈਨਸ 2x ਮਾਈਨਸ 8 ਆ ਦਿੱਤੀ, ਪੋਲੀਨੋਮੀਅਲ ਦਿੱਤੀ ਆ, ਬਹੁਪਦ ਦਿੱਤੀ ਆ। ਸਭ ਤੋਂ ਪਹਿਲਾਂ ਤੇ ਇਹਦੇ ਸਿਫਰ ਪਤਾ ਕਰਨੇ ਆ, ਜ਼ੀਰੋਜ਼ ਆਫ ਦਾ ਪੋਲੀਨੋਮੀਅਲ। ਮਿਡਲ ਟਰਮ ਨੂੰ ਸਪਲਿਟ ਕਰਨਾ, ਆ ਜਿਹੜੀ ਦਿੱਤੀ ਆ ਰਕਮ ਇਹਨੂੰ ਆਪਾਂ ਸਪਲਿਟ ਕਰਨਾ, ਵੱਖਰਾ ਵੱਖਰਾ ਕਿੱਦਾਂ ਕਰਨਾ, ਗੁਣਨਖੰਡ ਬਣਾਉਣੇ ਇਹਦੇ ਪੋਲੀਨੋਮੀਅਲ ਦੇ। ਐਕਸ ਸਕੇਅਰ ਦਾ ਗੁਣਾਕ 1 ਦਿੱਤਾ, ਪਹਿਲਾਂ ਇਹਦਾ ਜਿਹੜਾ ਕੋਫੀਸ਼ੀਐਂਟ ਆ ਉਹਨੂੰ ਇਹਦੇ ਨਾਲ ਮਲਟੀਪਲਾਈ ਕਰਨਾ, 1 ਇੰਟੂ 8 ਇਜ਼ ਇਕੁਅਲ ਟੂ 8। ਕੋਈ ਦੋ ਨੰਬਰ ਇਸ ਤਰ੍ਹਾਂ ਦੇ ਫਾਈਂਡ ਆਊਟ ਕਰਨੇ ਆ ਜਿਨ੍ਹਾਂ ਨੂੰ ਮਲਟੀਪਲਾਈ ਕਰਕੇ 8 ਆਏ ਬਸ। ਕਿਹੜਾ ਕਿਹੜਾ, ਇੱਕ ਤੇ ਹੋਏਗਾ 1 ਇੰਟੂ 8, ਇੱਕ ਹੋਏਗਾ 2 ਇੰਟੂ 4। ਹੋਰ ਕੋਈ ਵੀ ਪੇਅਰ ਇਸ ਤਰ੍ਹਾਂ ਦਾ ਨਹੀਂ ਬਣਦਾ ਜਿਨ੍ਹਾਂ ਨੂੰ ਮਲਟੀਪਲਾਈ ਕਰਕੇ 8 ਆਵੇ। ਹੁਣ ਇਹਨਾਂ ਦੋਨਾਂ ਚੋਂ ਕੋਈ ਇੱਕ ਪੇਅਰ ਇਸ ਤਰ੍ਹਾਂ ਦਾ ਹੋਏਗਾ ਜਿਹਨੂੰ ਪਲੱਸ ਜਾਂ ਮਾਈਨਸ ਕਰੀਏ ਤੇ 2 ਆਵੇ, ਮਾਈਨਸ 2 ਆਵੇ। ਹੁਣ 8 ਨੂੰ ਐਡ ਕਰੋ ਜਾਂ 8 ਚੋਂ ਇੱਕ ਮਾਈਨਸ ਕਰੋ ਤੇ 2 ਤੇ ਨਹੀਂ ਆਉਂਦਾ, ਤੇ ਇਹਦੇ ਵਿੱਚੋਂ ਮਾਈਨਸ ਕਰ ਦਈਏ ਤੇ ਇਹਦਾ ਮਤਲਬ ਇਹ ਨੈਗੇਟਿਵ ਆ, ਤੇ ਵੱਡੇ ਵਾਲੇ ਨੰਬਰ ਦਾ ਸਾਈਨ ਨੈਗੇਟਿਵ ਹੋਣਾ ਚਾਹੀਦਾ, ਮਤਲਬ -4 + 2 ਆਪੋਜ਼ਿਟ ਸਾਈਨ ਆ, ਸਬਟਰੈਕਟ ਕਰਾਂਗੇ ਤੇ ਆਨਸਰ -2 ਆਉਣਾ ਚਾਹੀਦਾ। ਤੇ -4 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤੇ -8 ਆ ਜਾਏਗਾ। ਫਿਰ ਇਹਦਾ ਮਤਲਬ ਮਿਡਲ ਟਰਮ ਨੂੰ ਆਪਾਂ -4 ਤੇ 2 ਚ ਕਨਵਰਟ ਕਰ ਦੇਣਾ, ਆਹ ਵਾਲੇ ਇਹਨੂੰ। ਹੁਣ ਲਿਖਣ ਦਾ ਕੀ ਵੀ ਹੈਗਾ, ਇਸ ਤਰ੍ਹਾਂ ਲਿਖਣਾ, ਐਕਸ ਸਕੇਅਰ -4x + 2x -8 ਲਿਖ ਦਿੱਤਾ। ਫਸਟ ਟੂ ਟਰਮ ਦੇ ਵਿੱਚੋਂ x ਕਾਮਨ ਲੈ ਲਿਆ, ਇਹ ਆ ਗਿਆ x -4 ਪਲੱਸ 2 ਕਾਮਨ ਆ ਗਿਆ x -4, ਆ x -4 ਇਹ 'ਚੋਂ ਕਾਮਨ ਆ ਗਿਆ, ਇਹ ਬ੍ਰੈਕਟ ਕਾਮਨ ਆ ਗਈ, ਅੱਗੇ ਬ੍ਰੈਕਟ 'ਚ ਰਹਿ ਗਿਆ, ਇੱਥੋਂ x ਰਹਿ ਗਿਆ ਪਲੱਸ 2 ਰਹਿ ਗਿਆ, ਆਹ ਵਾਲਾ। ਇਹ ਫੈਕਟਰਾਈਜੇਸ਼ਨ ਹੋ ਗਈ, ਮਿਡਲ ਟਰਮ ਸਪਲਿਟ ਹੋ ਗਈ, ਗੁਣਨਖੰਡ ਬਣ ਗਏ ਇਹਦੇ। ਹੁਣ ਇੱਥੇ ਲਿਖਣਾ ਜ਼ੀਰੋਜ਼ ਆਫ ਦਾ ਪੋਲੀਨੋਮੀਅਲ, ਜ਼ੀਰੋਜ਼ ਆਫ ਪੋਲੀਨੋਮੀਅਲ। ਇੱਥੇ ਲਿਖ ਦੇਣਾ ਬਹੁਪਦ ਦੇ ਸਿਫਰ। ਕਿਸ ਤਰ੍ਹਾਂ, ਇਹਨਾਂ ਨੂੰ ਜ਼ੀਰੋ ਦੇ ਇਕੁਅਲ ਪੁੱਟ ਕਰ ਦੇਣਾ, x -4 x + 2 ਇਜ਼ ਇਕੁਅਲ ਟੂ 0। ਜਦੋਂ ਇੱਦਾਂ ਦੋ ਬ੍ਰੈਕਟਸ ਆ ਜਾਣ ਤੇ ਫਿਰ ਈਦਰ ਫਸਟ ਬ੍ਰੈਕਟ ਜਾਂ ਤੇ ਫਸਟ ਬ੍ਰੈਕਟ ਨੂੰ 0 ਦੇ ਇਕੁਅਲ ਲਿਖ ਦੇਣਾ, ਔਰ x + 2 ਇਜ਼ ਇਕੁਅਲ ਟੂ 0। ਇਹਦੇ ਵਿੱਚੋਂ x ਦੀ ਵੈਲਿਊ ਕੱਢ ਲਓ, 0 + 4, x ਇਜ਼ ਇਕੁਅਲ ਟੂ 4 ਆ ਗਿਆ। ਇਹਦੇ ਵਿੱਚ x ਇਜ਼ ਇਕੁਅਲ ਟੂ 0 - 2, x ਇਜ਼ ਇਕੁਅਲ ਟੂ -2 ਆ ਗਿਆ। ਆ ਦੋ ਸਿਫਰ ਆ ਗਏ। ਹੁਣ ਆਪਾਂ ਕੀ ਕਰਨਾ ਹੈਗਾ, ਇਹਨਾਂ ਸਿਫਰ ਤੇ ਆਪਾਂ ਕੱਢ ਲਏ, ਸਿਫਰ ਪਤਾ ਕਰੋ, ਫਾਈਂਡ ਦਾ ਜ਼ੀਰੋਜ਼ ਆਫ ਦਾ ਪੋਲੀਨੋਮੀਅਲ, ਇੱਕ ਪਾਰਟ ਦਾ ਆਨਸਰ ਆ ਗਿਆ। ਹੁਣ ਵੈਰੀਫਿਕੇਸ਼ਨ ਹੈਗਾ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ। ਹੁਣ ਵੈਰੀਫਿਕੇਸ਼ਨ ਕਰਾਂਗੇ ਆਪਾਂ। ਵੈਰੀਫਿਕੇਸ਼ਨ ਕਿਵੇਂ ਕਰਨੀ ਦੇਖੋ, ਇੱਥੇ ਲਿਖਾਂਗੇ ਵੈਰੀਫਿਕੇਸ਼ਨ। ਇਹ ਬੇਟੇ ਜਿਹੜੀ ਪੋਲੀਨੋਮੀਅਲ ਦਿੱਤੀ ਆ ਉਹਨੂੰ ਹਮੇਸ਼ਾ ax² + bx + c ਦੇ ਨਾਲ ਕੰਪੇਅਰ ਕਰਨਾ। x² ਦੇ ਨਾਲ a ਆ, ਇੱਥੇ x² ਦੇ ਨਾਲ 1 ਆ, a ਇਜ਼ ਇਕੁਅਲ ਟੂ 1, x ਦੇ ਨਾਲ b ਆ, x ਦੇ ਨਾਲ -2 ਆ, b ਇਜ਼ ਇਕੁਅਲ ਟੂ -2, c ਇਜ਼ ਇਕੁਅਲ ਟੂ -8 ਆ ਦਿੱਤਾ ਸਾਡੇ ਕੋਲ। ਹੁਣ ਇੱਥੇ ਲਿਖਣਾ ਵੈਰੀਫਿਕੇਸ਼ਨ ਦੇ ਵਿੱਚ ਸਮ ਆਫ ਜ਼ੀਰੋਜ਼, ਸਿਫਰਾਂ ਦਾ ਜੋੜ।
ਸਿਫਰਾਂ ਦਾ ਜੋੜ, ਸਿਫਰ ਕਿਹੜੇ ਆ ਵਾਲੇ, ਇਹਨਾਂ ਨੂੰ ਜੋੜ ਦੇਣਾ 4 + -2, ਇਹ ਕਿੰਨਾ ਆ ਗਿਆ ਸਾਡੇ ਕੋਲ 4 - 2 = 2 ਆ ਗਿਆ। ਹੁਣ ਇਹ ਸਿਫਰਾਂ ਦਾ ਸਮ ਆਫ ਜ਼ੀਰੋਜ਼ ਦਾ ਫਾਰਮੂਲਾ ਕੀ ਹੁੰਦਾ -b/a। ਹੁਣ ਇਹਨੂੰ ਆਪਾਂ -b/a ਬਣਾਉਣਾ ਇਸ ਤਰ੍ਹਾਂ ਦਾ -2/1, ਇੱਥੇ ਹੈਗਾ ਸਾਡੇ ਕੋਲ 2/1, 2 ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ -2/1, ਇੱਥੇ ਲਿਖ ਦਿੱਤਾ ਮਾਈਨਸ ਮਾਈਨਸ ਪਲੱਸ ਹੁੰਦਾ, ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ। ਆ ਗਿਆ -2 ਦਾ ਮਤਲਬ ਆ b, 1 ਦਾ ਮਤਲਬ ਆ a, -b ਇਹਨੂੰ ਕਿਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ -b ਦਾ ਕੀ ਮਤਲਬ ਹੁੰਦਾ ਕੋਫੀਸ਼ੀਐਂਟ ਆਫ x, ਓਵਰ a ਦਾ ਕੀ ਮਤਲਬ ਆ ਕੋਫੀਸ਼ੀਐਂਟ ਆਫ x², ਮਤਲਬ ਮਾਈਨਸ ਇੱਥੇ ਲਿਖ ਦੇਣਾ x ਦਾ ਗੁਣਾਕ ਓਵਰ x² ਦਾ ਗੁਣਾਕ। ਇਹ ਆ ਗਿਆ ਬੇਟੇ ਗੁਣਾਕਾਂ ਦਾ ਤੇ ਜ਼ੀਰੋਜ਼ ਦਾ ਆਪਸ ਵਿੱਚ ਕੀ ਸੰਬੰਧ ਹੁੰਦਾ। ਇਸੇ ਤਰ੍ਹਾਂ ਹੀ ਫਿਰ ਅਗਲਾ ਆ ਜਾਂਦਾ ਪ੍ਰੋਡਕਟ ਆਫ ਜ਼ੀਰੋਜ਼। ਸਿਫਰਾਂ ਦਾ ਗੁਣਨਫਲ, ਉਹ ਕੀ ਹੁੰਦਾ, ਇਹਨਾਂ ਨੂੰ ਗੁਣਾ ਕਰ ਦੇਣਾ, ਮਤਲਬ ਮਲਟੀਪਲਾਈ 4 ਨੂੰ -2 ਨਾਲ, ਕਿੰਨਾ ਆਨਸਰ ਆ ਗਿਆ -8, ਓਵਰ ਕੁਛ ਵੀ ਨਹੀਂ, ਓਵਰ 1 ਇੱਥੇ। ਤੇ ਪ੍ਰੋਡਕਟ ਆਫ ਜ਼ੀਰੋਜ਼ ਦਾ ਕੀ ਫਾਰਮੂਲਾ ਹੁੰਦਾ c/a ਬਣਾਉਣਾ, c ਦੀ ਵੈਲਿਊ -8, a ਦੀ ਵੈਲਿਊ 1, ਇਹ ਆਲਰੇਡੀ ਇੱਦਾਂ ਹੀ ਬਣਿਆ ਪਿਆ, ਇੱਥੇ ਲਿਖ ਦੇਣਾ c/a। c ਨੂੰ ਕਹਿੰਦੇ ਆ ਕੌਨਸਟੈਂਟ ਟਰਮ, a ਦਾ ਮਤਲਬ ਕੋਫੀਸ਼ੀਐਂਟ ਆਫ x², ਮਤਲਬ ਅਚਲ ਓਵਰ x² ਦਾ ਗੁਣਾਕ। ਆ ਇੰਨਾ ਸਮ ਕਰਨਾ ਬੇਟੇ, ਆ ਰਿਲੇਸ਼ਨ ਨੇ ਆ ਇਹਨਾਂ ਦਾ ਆਪਸ ਵਿੱਚ ਹੀ, ਇਹਨਾਂ ਵਿਚਕਾਰ ਸੰਬੰਧ ਜਿਹੜਾ ਗੁਣਾਕਾਂ ਦੇ ਵਿਚਕਾਰ ਤੇ ਸਿਫਰਾਂ ਦੇ ਵਿਚਕਾਰ ਆ ਸੰਬੰਧ ਆ ਸਿਫਰ ਆ ਗੁਣਾਕ ਹੋ ਗਏ। ਇਸ ਤਰ੍ਹਾਂ ਲਿਖ ਸਕਦੇ ਆਪਾਂ। ਇੱਕ ਹੋਰ ਪਾਰਟ ਕਰਾਂਗੇ ਤੇ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਦੇਖੋ ਸੈਕਿੰਡ ਪਾਰਟ ਆਪਾਂ ਕਰ ਲੈਂਦੇ ਫਿਰ। ਇੱਥੇ ਸੈਕਿੰਡ ਪਾਰਟ ਆ 4s² -4s + 1। ਹੁਣ ਇਹਦੀ ਮਿਡਲ ਟਰਮ ਸਪਲਿਟ ਕਰ ਦੇਣੀ ਆਪਾਂ। ਦੇਖੋ ਕਿੱਦਾਂ ਕਰਨੀ। ਪਹਿਲਾਂ s² ਦੇ ਕੋਫੀਸ਼ੀਐਂਟ ਨੂੰ ਇਹਦੇ ਨਾਲ ਮਲਟੀਪਲਾਈ ਕਰ ਦੇਣਾ 4 × 1 = 4। ਕੋਈ ਦੋ ਨੰਬਰ ਇਸ ਤਰ੍ਹਾਂ ਦੇ ਲੈਣੇ ਜਿਨ੍ਹਾਂ ਨੂੰ ਮਲਟੀਪਲਾਈ ਕਰਕੇ 4 ਆਵੇ। ਇੱਕ ਤੇ ਆ ਪੇਅਰ ਹੋ ਗਿਆ, ਇੱਕ 2 ਦਾ 4 ਆ ਗਿਆ। ਹੁਣ ਇਹਨਾਂ ਨੂੰ ਜੋੜੀਏ ਜਾਂ ਘਟਾਈਏ ਤੇ -4 ਆਉਣਾ ਚਾਹੀਦਾ। ਇਹਨਾਂ ਨੂੰ ਜੋੜ ਕੇ ਆਂਦਾ 5 ਤੇ ਘਟਾ ਕੇ ਆਂਦਾ 3 ਤੇ ਆ ਤੇ ਆਂਦਾ ਨਹੀਂ। ਹੁਣ ਆ ਪੇਅਰ ਲੈ ਲਓ, ਇਹਨਾਂ ਨੂੰ ਜੋੜ ਕੇ -4 ਆਉਣਾ ਚਾਹੀਦਾ। ਤਾਂ ਮਤਲਬ -2 ਤੇ -2 ਆਉਣਾ ਚਾਹੀਦਾ। ਐਡ ਕਰਾਂਗੇ -4, ਮਲਟੀਪਲਾਈ ਕਰਾਂਗੇ ਤਾਂ 4 ਆ ਜਾਏਗਾ, -+ 2 ਦਾ 4। ਹੁਣ ਮਿਡਲ ਟਰਮ ਨੂੰ ਇਹਦੇ ਵਿੱਚ ਕਨਵਰਟ ਕਰ ਦੇਣਾ। ਕਿੱਦਾਂ ਲਿਖਣਾ 4s² -2s -2s + 1। ਪਹਿਲੀਆਂ ਦੋ ਟਰਮ ਲੈ ਲੈਣੀਆਂ। 2s ਕਾਮਨ ਆ ਗਿਆ, ਇੱਥੇ ਆ ਗਿਆ 2s -1 ਮਾਈਨਸ, ਇੱਥੇ ਇਹਨਾਂ ਦੋਨਾਂ 'ਚੋਂ ਕੁਛ ਵੀ ਕਾਮਨ ਨਹੀਂ ਆਉਂਦਾ, ਮਤਲਬ 1 ਕਾਮਨ ਹੈ। ਇੱਥੇ ਆ ਜਾਏਗਾ ਫਿਰ 2s -1 ਕਿਉਂਕਿ ਆਹ ਮਾਈਨਸ ਤੇ ਮਾਈਨਸ ਪਲੱਸ ਹੋ ਜਾਏਗਾ। ਹੁਣ ਆਹ 2s -1 ਕਾਮਨ ਆ ਗਿਆ, 2s -1 ਇੱਥੋਂ 2s ਰਹਿ ਗਿਆ, -1 ਆ ਗਿਆ। ਹੁਣ ਇੱਥੇ ਜ਼ੀਰੋਜ਼ ਆਫ ਪੋਲੀਨੋਮੀਅਲ, ਜ਼ੀਰੋਜ਼ ਆਫ ਪੋਲੀਨੋਮੀਅਲ ਮਤਲਬ ਬਹੁਪਦ ਦੇ ਸਿਫਰ। ਇਹਨਾਂ ਨੂੰ 0 ਦੇ ਇਕੁਅਲ ਪੁੱਟ ਕਰ ਦੇਣਾ। 2s -1 ਤੇ 2s -1 = 0 ਆ ਗਿਆ। ਪਹਿਲੀ ਬ੍ਰੈਕਟ 0 ਦੇ ਇਕੁਅਲ ਲਿਖਣੀ ਜਾਂ ਫਿਰ ਦੂਸਰੀ ਬ੍ਰੈਕਟ ਵੀ 0 ਦੇ ਇਕੁਅਲ ਲਿਖ ਦੇਣੀ। ਇੱਥੇ 2s ਕਿੰਨਾ ਆ ਗਿਆ
इज इक्वल टू 0 प्लस 1 1 एस इज इक्वल टू 1/2 इत्थे भी इस तरह ही एस इज इक्वल टू 1/2 ਇਹ ਦੋ ਜ਼ੀਰੋਜ਼ ਆ ਗਏ ਹੁਣ ਸਾਡੇ ਕੋਲ। ਹੁਣ ਜ਼ੀਰੋਜ਼ ਤੇ ਆਪਾਂ ਫਾਈਂਡ ਆਊਟ ਕਰ ਲਏ, ਲੱਭ ਲਏ ਆ। ਹੁਣ ਇਹਨਾਂ ਦੀ ਵੈਰੀਫਿਕੇਸ਼ਨ ਕਰ ਦੇਣੀ ਆ। देखो वेरीफिकेशन देखो किद्दां करनी है कि पहला सम ऑफ जीरोस। हुण इनू पहला किहदे नाल कंपेयर कर देना ax² प्लस bx प्लस c दे नाल। x² दे नाल मतलब s², a दी वैल्यू 4 आ गई, इत्थे एक्स की जगह तो एस लिख दो, इक्को ही गल है s² आ एस आ, इत्थे एस दे नाल b आ, एस दे नाल -4 मतलब b की वैल्यू -4 आ गई तो c की वैल्यू 1 आ गई। फिर उस तरह ही सम ऑफ जीरोस, सम ऑफ जीरोस मतलब सिफरां दा जोड़ सम ऑफ जीरोस, इन्हां दोनों नूं ऐड कर लेना, दोनों जीरोस सम का मतलब प्लस करना, जोड़ इज इक्वल टू कितना आ गया साडे कोल, ये आ गया 2l 1/2 प्लस हाफ इज 1 तो आना चाहिए साडे कोल -b/a मतलब -b की जगह तो -4 ओवर a की जगह तो 4। हुण आपां इनू 1 का मतलब हुंदा 1/1, 4/4 चाहिए, 4 नाल मल्टीप्लाई अपने को कर देना, 4 नाल डिवाइड कर दिता, कोई फर्क नहीं पिया, ये आ गया 4/4 तो उपर 4 नूं आपां इस तरह भी लिख सकते हैं -4/4 आ माइनस माइनस प्लस हो जाएगा, आ माइनस ते नाल आ गया b, इत्थे आ जाएगा साडे कोल b -b/a मतलब माइनस कोफिशिएंट ऑफ x ओवर कोफिशिएंट ऑफ x² आ गया, ये आ गया साडे कोल रिलेशन। हुण सिफरां दा गुणनफल इत्थे नाल ही अगे लिख दांगे आपां सिफरां दा गुणनफल मतलब प्रोडक्ट ऑफ जीरोस, मतलब इन्होंने मल्टीप्लाई कर देना 1/2 नूं 1/2 दे नाल, दो सिफर सी मल्टीप्लाई करता 1/4 आ गया, 1 × 1 2 2 दा 4, ये आना चाहिए c/a, c कितना है 1 तो a कितना है 4, ये तो सीधा ही आ गया c/a। c नूं लिखांगे कॉन्स्टेंट टर्म अचल ओवर कोफिशिएंट ऑफ x²। सो इस तरह बेटे ये सम आप सिंपलीफाई कर देने। नैक्सट बेटे थर्ड पार्ट हैगा तो ये जीरोज़ फाइंड आउट करने तो इन्हों का रिलेशनशिप फाइंड आउट करना इन्हों का। हम देखो किवें करना, पहला इनू रीअरेंज करके लिखना। किस तरह रीअरेंज का की मतलब होंदा कि पहला x² वाली टर्म, फिर x वाली टर्म, फिर विदाउट x वाली टर्म, पहला इस तरह लिखना, फिर इनू मिडल टर्म ये गुणनखंड करने आ। किस तरह, पहला 6 नूं x² का जिहड़ा कोफिशिएंट उन्होंने ये मल्टीप्लाई करना, 6 × 3 18 आ गया। हुण कोई दो नंबर इस तरह के जिन्होंने मल्टीप्लाई करके 18 आवे, एक तो 6 × 3 हो गया, एक 1 × 18 इज इक्वल टू 18 हो गया, एक 2 9 का 18 हो गया। हुण तीन पेयर बन गए साडे कोल 1 2 3। कोई पेयर इस तरह का जिन्होंने प्लस माइनस करके 7 आए, 6 + 3 9, 6 - 3 3, 18 19 हो गया या 17 आंदा, 9 - 2 7, आ वाला ये नाल आंदा, आ वाला माइनस का साइन आ, बिगर नंबर का साइन आ वाला होना चाहिए -2 -9 +2, मतलब मिडल टर्म नूं आपां इहदे विच कन्वर्ट कर देना। फिर देखो किवें लिखना, हम ये आ जाएगा 6x² - 9x + 2x - 3। ये हुण इहदे विचों फस्ट टर्म लैनी है, इहदे चों कॉमन आ गया 3x, इत्थों रह गया 2, 3 2 का 6 हुंदा, 1 x रह गया
माइनस एक्स कॉमन आ गया, 3 का 9 होंदा, प्लस इन्हां दोनों चों कुछ भी नहीं कॉमन, ਇਹਦਾ मतलब 1 कॉमन, 2x माइनस 3 आ गया। हुण 2x माइनस 3 कॉमन आ गया तो अगली ब्रैकेट च रह गया 3x प्लस 1, फैक्टराइज हो गया, गुणनखंड बन गए। हुण इत्थे लिखना जीरोज ऑफ पॉलीनोमियल, इन्हां नूं जीरो दे इक्वल पुट कर देना, 2x माइनस 3, 3x प्लस 1 इज इक्वल टू 0। इत्थे लिख देना बहुपद दे सिफर, मतलब इन्हां नूं जीरो दे इक्वल पुट करता, ਜਾਂ तो फस्ट ब्रैकेट नूं जीरो के बराबर होएगी या फिर सैकेंड ब्रैकेट इज इक्वल टू 0। तो 2x इज इक्वल टू 0 प्लस 3 एक्स की वैल्यू एक्स के नाल वाली रकम ये थले आ जाती, 3/2 आ गया। इस तरह ही इत्थे 0 -1 हो गया, एक्स इज इक्वल टू -1/3 आ सिफर आ गए। हुण साडे हुण इन्हां च रिलेशनशिप फाइंड आउट कर लेना। रिलेशनशिप किस तरह, ये लिखना वेरीफिकेशन, वेरीफिकेशन की लिखना। हुण फिर उस तरह ही इनू आपां AX² प्लस BX प्लस C दे नाल कंपेयर कर देना। A दी वैल्यू x² दे नाल x² दे नाल 6, A इज इक्वल टू 6, B इज इक्वल टू -7 तो C इज इक्वल टू -3 आ गया। ये ABC की वैल्यू आ गई है। हुण सम ऑफ जीरोज तो प्रोडक्ट ऑफ जीरोज, इत्थे लिख देना पहला सम ऑफ जीरोज, सिफरां दा जोड़, वो फॉर्मूला होंदा -B/A आना चाहिए, मतलब आना चाहिए आंसर -B की वैल्यू -7/A, आंसर आना चाहिए। हुण पहलां ते सिफरां दा जोड़, आ सिफर आ तो इन्हां नूं आपां जोड़ देना, एक तो -1/3 आ, ये जोड़ देना 3/2 नूं। हुण पहलां जोड़ना किदां, इहदा एल्शियम लै लेना, 3 वक्खो वक्खरे तो मल्टीप्लाई करके लिख देना 6 नूं पहलां 3 नाल डिवाइड किया, 3 2 दा 6, 2 जिहड़ा आंसर आया उन्होंने ये मल्टीप्लाई कर देना, प्लस 6 नूं 2 नाल डिवाइड किया, 3 3 दा 9, ये आ गया साढ़े कोल 7/6। अपोजिट साइन आ, वक्खो वक्खरे निशान आ, तो घटा देना तो आंसर वड्डे का निशान आ जाएगा, मतलब जमा का 7 आ जाएगा। 7/6 आ गया। 7 नूं आपां इस तरह भी लिख सकते हैं -7/6, मतलब कहण दा यह आ गया साढ़े कोल माइनस आ B हैगा -B/A आ गया। फिर इस तरह ही बेटे प्रोडक्ट ऑफ जीरोज, मतलब सिफरां दा गुणनफल, मतलब इन्हों गुणा कर देना, मल्टीप्लाई कर देना 3/2, उपरले नूं उपर लेना, थले वाले नूं थले लेना, मल्टीप्लाई कर देना, 3 1 दा 3 माइनस दे 3 3 2 दा 6, ये आना चाहिए हैगा, ये फॉर्मूला होंदा C/A, C की वैल्यू -3, C आ गया, A की वैल्यू 6, A सीधा ही आ गया, C/A आ गया, मतलब आ वाला इहो प्रूव करना सी कि C/A आना चाहिए, मतलब इनू लिखते हैं कॉन्सटेंट टर्म, ओवर आ गया कोफिशिएंट ऑफ x², इन्ना भी लिख दो तो भी ठीक है तुहाडा। नैक्सट आ गया बेटे अगला पार्ट आ जाता, वो भी सेम है, ये दो ही टर्म्स दित्तियां ने, ये भी गुणनखंड बनाने आ, ये हुण किदां, ये सीधा ही जो कॉमन आंदा तो कॉमन लै लेना आपां, पहला 4u कॉमन आ जाता, ये लीस्ट पावर घट तो घट पावर जी कॉमन होंगी, 4 आ गया, u आ गया, एक u रह गया, प्लस u कॉमन 4 2 दा 8, ये गुणनखंड बन गए साढ़े कोल, इस तरह करके। फिर इत्थे सीधा लिख देना जीरोज ऑफ पॉलीनोमियल, बहुपद दे
ਸਿਫਰ, ਇਹਨਾਂ ਨੂੰ ਸਿਫਰ ਦੇ ਇਕੁਅਲ 4u into u plus 2 is equal to 0। फर्स्ट ब्रैकेट इज इक्वल टू 0, 4u इज इक्वल टू 0 या फिर u plus 2 इज इक्वल टू 0। u की वैल्यू कितनी आ गई 0/4 इज इक्वल टू 0 हो गया। u की वैल्यू इत्थे 0 -2 आ गई, u इज इक्वल टू 0 ते -2, ये दो जीरोज़ आ गए साढ़े कोल। हुण इन्हां दे जीरोज़ फाइंड आउट करने सीगे, कर लए। हुण इन्हां दी वेरीफिकेशन कर देनी, जांच कर देनी, मतलब वेरीफिकेशन का मतलब जांच कर देनी। वो किद्दां करनी आ, इनू पहलां आपां कंपेयर करना जिहड़ा दिता होवे ax², मतलब ए एक्स की जगह ते इत्थे u लिखा au² प्लस bu प्लस c। हुण u² दे नाल a दी वैल्यू 4 आ गई, b की वैल्यू 8 आ गई, c की वैल्यू इत्थे कुछ भी नहीं दिता, तो मतलब 0 आ गई वैल्यू। हुण इत्थे लिखना सम ऑफ जीरोज़, सिफरां दा जोड़। इन्हां नूं जोड़ देना, 0 दे विच -2 कर देने, 0 -2 -2 आ गया। हुण माइनस इत्थे आना चाहिए -b/a, -b का मतलब -8/4 आना चाहिए आंसर च, -8/4 इत्थे 1 आ। ਇਹਦਾ मतलब जे अपने को इनू 4 ਨਾਲ मल्टीप्लाई 4 ਨਾਲ डिवाइड कर देंगे तो आंसर निकल आएगा -2/1 का मतलब आ 4/4 ना किया तो -8/4 बन गया। इनू आप लिख सकते हैं -b/a, ये रिलेशन बन गया साडा। फिर अगों आ जाता प्रोडक्ट ऑफ जीरोज़, मतलब सिफरां का गुणनफल। वो की हो जाएगा, सिफरां का गुणनफल मल्टीप्लाई कर देना, 0 नू -2 ना, 0 इंटू समथिंग इज इक्वल टू 0, 0 का मतलब 0/1। ये फॉर्मूला होंदा c/a, c कितना है 0/a, जो मर्जी हो। इनू भी अपने को जे 4 ना मल्टीप्लाई 4 ना डिवाइड करिए तो बन जाता 4 × 0 0, 4 1 4, ये बन गया साढ़े को c/a। इहो ही इसदा आंसर है। हुण अगे लास्ट पार्ट, 5th पार्ट आ गया बेटे, t² -15। ये हुण गुणनखंड दो टर्म्स के बनाने भी किवें, देखो ये t² नूं आपां लिख सकते t का स्केयर माइनस √15 का स्केयर, इदां लिख सकते आपां। इत्थे फॉर्मूला लग गया a² - b² का, वो हुंदा a - b इंटू a प्लस b। एक गुणनखंड बन गए, मतलब फैक्टराइजेशन हो गई। हुण इत्थे लिखना जीरोज़ ऑफ पॉलीनोमियल, मतलब बहुपद दे सिफर, t -√15 इंटू t प्लस √15 इज इक्वल टू 0। मतलब इधर द फर्स्ट ब्रैकेट इज इक्वल टू 0 और सेकंड ब्रैकेट इज इक्वल टू 0। ये आ जाएगा t इज इक्वल टू √15, या आ जाएगा t इज इक्वल टू -√15 आ जाएगा। हुण फिर अगे जीरोज़ ते आ गए, साढ़े कोल 2 आ गए। हुण वेरीफिकेशन, जांच, मतलब जांच किद्दां करांगे। हुण इनू भी इस तरह ही at² प्लस bt प्लस c इहदे नाल कंपेयर करना। a की वैल्यू इत्थे 1, a इज इक्वल टू 1, तो b t तो इत्थे दिता नहीं, तो b 0 हो गया, तो c की वैल्यू -15 आ गई, a b c की वैल्यू आ गई। हुण इत्थे सम ऑफ जीरोज़ तो प्रोडक्ट, एस का मतलब सम का मतलब दोनों नूं ऐड कर दो,
ਮਾਈਨਸ ਅੰਡਰ ਰੂਟ 15 ਆ ਵਾਲਾ ਅਤੇ ਪਲੱਸ ਦੇ ਅੰਡਰ ਰੂਟ 15 ਆ ਗਿਆ। ਜਦੋਂ ਐਡ ਕੀਤਾ ਤਾਂ ਕੱਟ ਹੋ ਕੇ ਆਨਸਰ ਆ ਗਿਆ 0। 0 ਦਾ ਮਤਲਬ 0/1। ਇਹਨੂੰ ਆਪਾਂ ਇੱਥੇ ਲਿਖ ਸਕਦੇ ਹਾਂ -b/a। b ਦੀ ਵੈਲਿਊ 0 ਆ, ਇਹਨੂੰ -0 ਲਿਖੋ ਜਾਂ +0 ਇੱਕੋ ਗੱਲ ਆ। ਇੱਥੇ ਆ ਗਿਆ -b/a ਦੀ ਵੈਲਿਊ 1 ਆ ਗਈ। ਪ੍ਰੋਡਕਟ ਆਫ ਜ਼ੀਰੋਜ਼, ਇਹ ਆ ਗਿਆ ਜੋੜ। ਸਮ ਨੂੰ ਕਹਿੰਦੇ ਜੋੜ ਤੇ ਪ੍ਰੋਡਕਟ ਨੂੰ ਕਹਿੰਦੇ ਗੁਣਨਫਲ। ਇਹਨਾਂ ਨੂੰ ਮਲਟੀਪਲਾਈ ਕਰ ਦੇਣਾ, ਅੰਡਰ ਰੂਟ 15 ਤੇ ਮਾਈਨਸ ਅੰਡਰ ਰੂਟ 15। ਇਹ ਆ ਜਾਏਗਾ ਸਾਡੇ ਕੋਲ -15/1। ਇਹ ਹੈਗਾ C ਤੇ ਆ ਗਿਆ A ਤੇ ਇਹ ਇਹਦੇ ਗੁਣਨਫਲ ਬਣ ਗਏ। ਸੋ ਇਹ ਰਿਲੇਸ਼ਨਸ਼ਿਪ ਆ ਗਿਆ ਇਹਨਾਂ ਦੇ ਵਿੱਚ। ਇਹਦਾ ਬੇਟੇ ਲਾਸਟ ਪਾਰਟ ਹੈ 3x² -x ਤੇ -4। ਇਹ 3 ਨੂੰ ਪਹਿਲਾਂ -4 ਨਾਲ ਮਲਟੀਪਲਾਈ ਕਰ ਦਿਓ, ਮਤਲਬ -12 ਆ ਗਿਆ। ਉਹ ਦੋ ਨੰਬਰ ਜਿਹਨਾਂ ਨੂੰ ਮਲਟੀਪਲਾਈ ਕਰਕੇ 12 ਆਵੇ, ਪਲੱਸ ਮਾਈਨਸ ਕਰਕੇ 1 ਆਵੇ। ਇੱਥੇ 1 ਹੈਗਾ। ਇਹੋ ਹੀ ਇੱਕ ਤੇ ਹੋ ਗਿਆ 2 6 ਦਾ 12 ਹੁੰਦੇ ਆ, 3 4 ਦਾ 12 ਤੇ 1 12 ਦਾ 12। ਹੁਣ ਇਹਨਾਂ 'ਚੋਂ ਕੋਈ ਪੇਅਰ ਇੱਕ ਇਸ ਤਰ੍ਹਾਂ ਦਾ ਜਿਹਨੂੰ ਜੋੜੀਏ ਜਾਂ ਘਟਾਈਏ ਤੇ ਉਹ 1 ਆਉਣਾ ਚਾਹੀਦਾ। ਇਹੋ ਹੀ ਹੈਗਾ ਜਿਹਨੂੰ ਜੋੜੀਏ ਜਾਂ ਘਟਾਈਏ। ਇਹ ਮਾਈਨਸ ਦਾ ਉਹਦੇ ਵੱਡਾ ਨੰਬਰ ਜਿਹੜਾ ਬਿਗਰ ਨੰਬਰ ਜਿਹੜਾ -4 +3 ਇਸ ਤਰ੍ਹਾਂ ਆਉਣਾ ਚਾਹੀਦਾ। ਹੁਣ ਆਪਾਂ ਮਿਡਲ ਟਰਮ ਨੂੰ -4 ਤੇ +3 'ਚ ਕਨਵਰਟ ਕਰ ਦੇਣਾ। ਕਿਸ ਤਰ੍ਹਾਂ ਲਿਖਣਾ ਦੇਖੋ, ਇਹ ਆ ਜਾਏਗਾ 3x² -4x +3x -4। ਹੁਣ ਇਹਦੇ 'ਚੋਂ ਕਾਮਨ ਆ ਗਿਆ x, ਇੱਥੇ ਰਹਿ ਗਿਆ 3x -4 ਪਲੱਸ ਇਹਦੇ 'ਚੋਂ ਕੁਛ ਵੀ ਨਹੀਂ ਕਾਮਨ, ਇਹਦਾ ਮਤਲਬ 1 ਕਾਮਨ। 3x -4 ਆ ਗਿਆ, ਆ 3x -4 ਕਾਮਨ ਆ ਗਿਆ। ਇਹ ਬ੍ਰੈਕਟ 'ਚ ਇੱਥੋਂ x ਰਹਿ ਗਿਆ +1 ਰਹਿ ਗਿਆ। ਫਿਰ ਅੱਗੇ ਲਿਖ ਦੇਣਾ ਜ਼ੀਰੋਜ਼ ਆਫ ਪੋਲੀਨੋਮੀਅਲ, ਬਹੁਪਦ ਦੇ ਸਿਫਰ। ਮਤਲਬ ਇਹਨਾਂ ਨੂੰ ਆਪਾਂ ਜਿਹੜੇ ਗੁਣਨਖੰਡ ਬਣਾਏ ਆ ਉਹਨੂੰ 0 ਦੇ ਇਕੁਅਲ ਪੁੱਟ ਕਰ ਦੇਣਾ। ਫਿਰ ਜਾਂ ਤੇ ਫਸਟ ਬ੍ਰੈਕਟ ਨੂੰ ਜਦੋਂ ਇਦਾਂ ਆ ਜਾਏ, ਜਾਂ ਫਸਟ ਬ੍ਰੈਕਟ = 0 ਜਾਂ ਫਿਰ ਸੈਕਿੰਡ ਬ੍ਰੈਕਟ ਵੱਖਰੀ ਵੱਖਰੀ 0 ਪੁੱਟ ਕਰ ਦੇਣਾ। ਇਹ ਆ ਗਿਆ 3x ਆ ਉਧਰ 0 + 4 4, x ਦੀ ਵੈਲਿਊ 4/3 ਆ ਗਈ। ਇੱਧਰ x = 0 -1 -1 ਆ ਗਿਆ। ਆ ਦੋ ਸਿਫਰ ਆ ਗਏ ਸਾਡੇ ਕੋਲ। ਹੁਣ ਜਾਂਚ ਮਤਲਬ ਵੈਰੀਫਿਕੇਸ਼ਨ। ਪਹਿਲਾਂ ਫਿਰ ਉਸੇ ਤਰ੍ਹਾਂ ਹੀ ਇਹਨੂੰ ਪਹਿਲਾਂ ਆਪਾਂ ax² + bx + c ਦੇ ਨਾਲ ਕੰਪੇਅਰ ਕਰ ਲੈਣਾ। ਇਹਨੂੰ a ਦੀ ਵੈਲਿਊ 3, b ਦੀ ਵੈਲਿਊ -1, c ਦੀ ਵੈਲਿਊ -4। ਫਿਰ ਸਮ ਆਫ ਜ਼ੀਰੋਜ਼, ਸਿਫਰਾਂ ਦਾ ਜੋੜ। ਫਾਰਮੂਲਾ ਹੁੰਦਾ -b/a। ਬਣਾਉਣਾ ਇਹਨੂੰ ਆਪਾਂ ਕਿਸ ਤਰ੍ਹਾਂ, ਆਹ ਦੋ ਸਿਫਰ ਹੈਗੇ ਆ, ਇਹਨਾਂ ਨੂੰ ਜੋੜ ਦੇਣਾ 4/3। -1 ਮਤਲਬ /1, ਇਹਨਾਂ ਨਾਲ ਐਲਸੀਅਮ 3। ਇਹਨੂੰ ਪਹਿਲਾਂ ਇਹਦੇ ਨਾਲ, ਇਹਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰੋ, -3 + 1 4 ਦਾ 4। ਆਪੋਜ਼ਿਟ ਸਾਈਨ ਹੈ, ਸਬਟਰੈਕਟ ਕੀਤੇ, 1/3 ਆ ਗਿਆ ਆਨਸਰ। ਆਉਣਾ ਚਾਹੀਦਾ -1/3। ਇਹਨੂੰ ਆਪਾਂ 1 ਨੂੰ -1 ਵੀ ਲਿਖ ਸਕਦੇ ਹਾਂ। ਇਹ ਆ ਜਾਏਗਾ ਮਾਈਨਸ, ਆ ਹੈਗਾ b/a, ਮਤਲਬ -b ਨੂੰ ਲਿਖਾਂਗੇ ਕੋਫੀਸ਼ੀਐਂਟ ਆਫ x। b ਦਾ ਮਤਲਬ ਹੈਗਾ ਕੋਫੀਸ਼ੀਐਂਟ ਆਫ, b ਦਾ ਮਤਲਬ ਹੈਗਾ ਕੋਫੀਸ਼ੀਐਂਟ ਆਫ x, a ਦਾ ਮਤਲਬ ਕੋਫੀਸ਼ੀਐਂਟ ਆਫ x² ਓਵਰ ਕੋਫੀਸ਼ੀਐਂਟ ਆਫ x², ਮਤਲਬ x ਦਾ ਗੁਣਾਂਕ
ਓਵਰ ਐਕਸ ਸਕੇਅਰ ਦਾ ਗੁਣਾਕ। ਆ ਰਿਲੇਸ਼ਨ ਹੈਗਾ ਜੀ ਸਿਫਰਾਂ ਦਾ ਗੁਣਾਕਾਂ ਦੇ ਨਾਲ ਸੰਬੰਧ ਕੀ ਹੈ। ਫਿਰ ਅੱਗੇ ਪ੍ਰੋਡਕਟ ਆਫ ਜ਼ੀਰੋਸ, ਮਤਲਬ ਸਿਫਰਾਂ ਦਾ ਗੁਣਨਫਲ, ਮਲਟੀਪਲਾਈ ਕਰ ਦੇਣਾ -1 ਨੂੰ 4/3 ਦੇ ਨਾਲ, ਆਂਸਰ ਆ ਗਿਆ -4/3। ਆ ਸੀ ਤੇ ਆ ਏ, ਇਹ ਸਿੱਧਾ ਹੀ ਆ ਜਾਣਾ ਕਾਂਸਟੈਂਟ ਟਰਮ ਓਵਰ ਕੋਫੀਸ਼ੀਐਂਟ ਆਫ ਐਕਸ ਸਕੇਅਰ। ਇਹ ਬੇਟੇ ਦਾ ਸੰਬੰਧ ਹੈਗੇ ਆ। ਅੱਗੇ ਹੁਣ ਲਾਸਟ ਕੁਐਸਚਨ ਹੈਗਾ ਇਸ ਐਕਸਰਸਾਈਜ਼ ਦਾ, ਸੈਕਿੰਡ ਕੁਐਸਚਨ ਹੈ। ਇਹਦੇ ਵਿੱਚ ਕੀ ਕਰਨਾ ਹੈਗਾ, ਕੁਆਡਰੈਟਿਕ ਪੋਲੀਨੋਮੀਅਲ ਬਣਾਉਣੀ ਆ। ਸਮ ਤੇ ਪ੍ਰੋਡਕਟ ਦਿੱਤੇ ਆ, ਸਮ ਤੇ ਪ੍ਰੋਡਕਟ ਆਫ ਜ਼ੀਰੋਸ। ਐਸ ਦਿੱਤਾ ਸਮ 1/4 ਤੇ ਪ੍ਰੋਡਕਟ ਵੀ ਦਿੱਤਾ -1। ਸਮ ਦਾ ਫਾਰਮੂਲਾ ਹੁੰਦਾ -b/a। -1 ਦਾ ਮਤਲਬ -1/-1। ਇਹਦਾ ਹੁੰਦਾ c/a। a ਦੀ ਵੈਲਿਊ ਬੇਟੇ ਦੋਨੋਂ ਸਾਈਡਾਂ ਤੇ ਸੇਮ ਹੋਣੀ ਚਾਹੀਦੀ ਹੈ। ਇੱਥੇ ਕਿਉਂਕਿ 4 ਆ, ਇੱਥੇ 1 ਆ, ਆਪਣੇ ਕੋਲੋਂ 4 ਨਾਲ ਮਲਟੀਪਲਾਈ ਕਰ ਦੇਣਾ, 4 ਨਾਲ ਡਿਵਾਈਡ ਕਰ ਦੇਣਾ। ਇੱਥੇ ਆ ਗਿਆ -4/4। ਹੁਣ a ਦੀ ਵੈਲਿਊ ਸੇਮ ਆ, ਇੱਥੇ ਲਿਖ ਦੇਣਾ a = 4, b ਇੱਥੇ b = -1। ਆ ਮਾਈਨਸ ਇੱਧਰ ਆ ਜਾਣਾ, b = -1 ਹੋ ਜਾਏਗਾ। c ਦੀ ਵੈਲਿਊ -4 ਆ ਗਈ। ਪੋਲੀਨੋਮੀਅਲ ਕਿੱਦਾਂ ਲਿਖਣੀ ਆ, ਪੋਲੀਨੋਮੀਅਲ ਮਤਲਬ ਬਹੁਪਦ ਲਿਖਣੀ ਕਿਸ ਤਰ੍ਹਾਂ, ਬਰਾਬਰ ਆ ਗਿਆ ax² + bx + c। a ਦੀ ਜਗ੍ਹਾ ਤੇ a ਦੀ ਵੈਲਿਊ ਭਰ ਦੇਣੀ ਆ, b ਦੀ ਜਗ੍ਹਾ ਤੇ b ਦੀ ਵੈਲਿਊ ਭਰ ਦਿੱਤੀ -4। ਇਹ ਪੋਲੀਨੋਮੀਅਲ ਆ ਗਈ। ਬਸ ਇੰਨਾ ਹੀ ਕੰਮ ਕਰਨਾ ਇਹਦੇ ਵਿੱਚ। ਸੈਕਿੰਡ ਪਾਰਟ ਵੀ ਤੁਸੀਂ ਦੇਖ ਲਓ, ਉਹ ਵੀ ਸੇਮ ਆ। ਸਮ √2 ਦਿੱਤਾ, √2 ਦਾ ਮਤਲਬ √2/1 -b/a। ਪ੍ਰੋਡਕਟ ਦਿੱਤਾ ਕਿੰਨਾ 1/3, ਉਹ ਕੀ ਹੁੰਦਾ c/a। ਹੁਣ a ਦੀ ਵੈਲਿਊ 3, ਇੱਥੇ 1 ਆ, ਇੱਥੇ 3 ਨਾਲ ਮਲਟੀਪਲਾਈ, ਉੱਪਰ ਵੀ ਉਹ 3/2 ਹੋ ਗਿਆ, ਥੱਲੇ 3 ਆ ਗਿਆ। ਹੁਣ a = 3 ਆ ਗਿਆ ਦੋਨੋਂ ਸਾਈਡਾਂ ਤੇ b ਦੀ ਵੈਲਿਊ ਆ ਮਾਈਨਸ ਇੱਧਰ ਸ਼ਿਫਟ ਹੋ ਜਾਂਦਾ, -b = 3/2 ਤੋਂ b = -3/2 ਹੋ ਗਿਆ। ਤੇ c ਦੀ ਵੈਲਿਊ ਆ ਗਈ 1, ਤੇ ਪੋਲੀਨੋਮੀਅਲ ਲਿਖ ਦੇਣੀ। ਪੋਲੀਨੋਮੀਅਲ ਬਹੁਪਦ = ਇਹ ਜਨਰਲ ਫਾਰਮੂਲਾ ਹੈਗਾ ax² + bx + c। a ਦੀ ਜਗ੍ਹਾ ਤੇ a ਦੀ ਵੈਲਿਊ ਮਾਈਨਸ, ਇੱਥੇ ਮਾਈਨਸ ਹੋ ਜਾਣਾ, b ਨੈਗੇਟਿਵ ਹੈਗਾ, -3/2x ਪਲੱਸ ਆ ਕਿੰਨਾ ਆ ਗਿਆ 1। ਤੀਸਰਾ ਪਾਰਟ ਵੀ ਇਸੇ ਤਰ੍ਹਾਂ ਹੀ। ਤੀਸਰਾ ਪਾਰਟ ਕੀ ਆਏਗਾ, ਆ ਦਿੱਤਾ ਸਮ 0 ਮੀਨਸ 0/1 -b/a। ਪ੍ਰੋਡਕਟ = √5/1, ਜਿਹਦਾ ਓਵਰ ਕੁਛ ਨਹੀਂ, c/a। ਇਹਦੇ 'ਚ a ਪਹਿਲਾਂ ਹੀ ਸੇਮ ਆ, ਸਿੱਧਾ ਹੀ ਲਿਖ ਦੇਣਾ a = 1, b = -0 ਜਾਂ 0, ਉਹ 0 ਹੀ ਹੁੰਦਾ, ਤੇ c = √5, ਤੇ ਇੱਥੇ ਪੋਲੀਨੋਮੀਅਲ ਲਿਖ ਦੇਣੀ। ਪੋਲੀਨੋਮੀਅਲ ਮਤਲਬ ਬਹੁਪਦ = ਫਾਰਮੂਲਾ ਲਿਖ ਦੇਣਾ ax² + bx + c, ਮਤਲਬ 1x² + 0x + √5। ਇਹ ਆਨਸਰ ਆ ਗਿਆ ਇਹਦਾ। ਫੋਰਥ ਪਾਰਟ ਵੀ ਸੇਮ ਹੈ, ਬਹੁਤ ਈਜ਼ੀ ਹੈ। ਫੋਰਥ ਪਾਰਟ ਦੇਖੋ, ਉਹਦੀ ਸਟੇਟਮੈਂਟ 1/1, ਇਹ ਤਾਂ ਬਹੁਤ ਹੀ ਜ਼ਿਆਦਾ ਸਿੰਪਲ ਹੈ। ਸਮ = 1, 1 ਦਾ ਮਤਲਬ 1/1 -b/a। ਪ੍ਰੋਡਕਟ ਵੀ 1 = c/a। a ਦੀ ਵੈਲਿਊ ਸੇਮ ਆ, ਦੇਅਰਫੋਰ ਇੱਥੇ ਲਿਖ ਦਾਂਗੇ a = 1, b = -1 ਹੋ ਗਿਆ, ਤੇ c = 1। ਇੱਥੇ ਫਿਰ ਪੋਲੀਨੋਮੀਅਲ ਲਿਖ ਦਾਂਗੇ। ਪੋਲੀਨੋਮੀਅਲ ਮਤਲਬ ਬਹੁਪਦ ਲਿਖ ਦਾਂਗੇ = ax² + bx + c, ਮਤਲਬ 1x² -x ਪਲੱਸ c ਦੀ ਵੈਲਿਊ ਆ ਗਈ ਇੱਥੇ। ਹੁਣ ਫਿਫਥ ਪਾਰਟ, ਸਮ -1/4 ਮਤਲਬ -b/a ਆ ਗਿਆ। ਪ੍ਰੋਡਕਟ 1/4,
c ਓਵਰ a, ਇੱਥੇ ਵੀ a ਦੀ ਵੈਲਿਊ ਪਹਿਲਾਂ ਤੋਂ ਹੀ ਸੇਮ ਆ, a ਇਜ਼ ਇਕੁਅਲ ਟੂ 4 ਤੇ b ਮਾਈਨਸ ਮਾਈਨਸ ਕੱਟੇ ਗਏ, b ਇਜ਼ ਇਕੁਅਲ ਟੂ 1, c ਇਜ਼ ਇਕੁਅਲ ਟੂ 1 ਤੇ ਪੋਲੀਨੋਮੀਅਲ ਬਹੁਪਦ ਇਜ਼ ਇਕੁਅਲ ਟੂ ax ਸਕੁਅਰ प्लस bx प्लस c 4x स्क्वायर 1x प्लस 1 सिक्स्थ पार्ट भी सेम है। देखो सम इज इक्वल टू कितना दिता 4, 4 मतलब 4 ओवर 1 माइनस b ओवर a, प्रोडक्ट इज इक्वल टू 1, 1 ओवर 1 c ओवर a की वैल्यू सेम है, a इज इक्वल टू 1, b माइनस इधर आ गया माइनस 4, c इज इक्वल टू 1 ਤੇ ਪੋਲੀਨੋਮੀਅਲ ਮਤਲਬ ਬਹੁਪਦ ਜਨਰਲ ਫਾਰਮੂਲਾ ax ਸਕੁਅਰ ਪਲਸ bx ਪਲਸ c, ਇੱਥੇ ਵੈਲਿਊ ਭਰ ਦਿਓ, ਕਿੰਨਾ ਆ ਗਿਆ 1x ਸਕੁਅਰ ਮਾਈਨਸ 4x ਪਲਸ 1। ਸੋ ਇਹ ਬੇਟੇ ਚੈਪਟਰ ਸੀਗਾ ਤੁਹਾਡਾ ਸੈਕਿੰਡ ਵਾਲਾ।